ਅਮਰਦਾਸ ਮਹਾਰਾਜ ਦਾ ਪਾਵਨ ਬਚਨ ਰਾਗ ਆਸਾ ਦੇ ਅੰਦਰ ਹੁਣ ਚਿੱਤ ਬਿਰਤੀ ਲਾ ਕੇ ਸੁਣਨਾ ਕਰੀਏ। ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ। ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਬਚਨ ਅੰਦਰ ਸਾਨੂੰ ਗਿਆਨ ਦਿੱਤਾ, ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਤਨ ਮਨ ਧਨ ਵਾਹਿਗੁਰੂ ਅਰਪਣ ਕਰ ਦੇਣਾ ਚਾਹੀਦਾ। ਗੁਰੂ ਨੂੰ ਤਨ ਮਨ ਧਨ ਦੇ ਕੇ ਇਹ ਉਪਦੇਸ਼ ਸਿੱਖ ਲੈਣਾ ਚਾਹੀਦਾ। ਜਿੰਨਾ ਚਿਰ ਤੱਕ ਅਸੀਂ ਆਪਣੇ ਕੋਲ ਕੁਝ ਵਸਤੂ ਰੱਖਦੇ, ਤਨ ਰੱਖਦੇ, ਮਨ ਰੱਖਦੇ, ਧਨ ਰੱਖਦੇ, ਇਹਦਾ ਮਤਲਬ ਹਉਮੈ ਵਿੱਚ ਫਸੇ ਹੋਏ ਹਾਂ। ਹਉਮੈ ਕੋਲ ਰੱਖਣ ਨਾਲ ਨਾ ਤਿਆਗੇ ਤੇ ਫਿਰ ਵਾਹਿਗੁਰੂ ਦੇ ਪਰਮੇਸ਼ਰ ਦੇ ਦਰਸ਼ਨ ਨਹੀਂ ਹੁੰਦੇ। ਧੰਨ ਗੁਰੂ ਅਮਰਦਾਸ ਮਹਾਰਾਜ ਦਾ ਇਹ ਪਾਵਨ ਬਚਨ ਹੈ। ਰਾਗ ਗੁਜਰੀ ਮਹੱਲਾ ਤੀਜਾ, ਘਰ ਪਹਿਲਾ, ਏਕ ਓਂਕਾਰ ਸਤਿਗੁਰ ਪ੍ਰਸਾਦ। ਗੁਰੂ ਅਮਰਦਾਸ ਮਹਾਰਾਜ ਦੀ ਪਾਵਨ ਬਾਣੀ ਅੰਦਰ ਪਰਮੇਸ਼ਰ ਦਾ ਜਸ ਕੀਤਾ ਜਾ ਰਿਹਾ। ਵਾਹਿਗੁਰੂ ਪਰਮੇਸ਼ਰ ਏਕ ਆ ਤੇ ਇੱਕ ਤੋਂ ਅਨੇਕ ਹੋਇਆ। ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਨੇ ਹੀ ਬਣਾਈ ਹੈ। ਤ੍ਰਿਗ ਵੇਹਾ ਜੀਵਣਾ ਜਿਤ ਹਰ ਪ੍ਰੀਤ ਨਾ ਪਾਏ। ਪਾਤਸ਼ਾਹ ਕਹਿੰਦੇ ਉਹਦੇ ਜੀਵਨ ਨੂੰ ਤ੍ਰਿਕਾਰ ਹੈ। ਉਹਦੇ ਜੀਵਨ ਨੂੰ ਬਾਰ-ਬਾਰ ਲਾਹਨਤਾਂ ਜਿਹੜਾ ਮਨੁੱਖਾ ਜਨਮ ਪਾ ਕੇ ਪਰਮਾਤਮਾ ਨਾਲ, ਵਾਹਿਗੁਰੂ ਨਾਲ ਪ੍ਰੇਮ ਨਹੀਂ ਕਰਦਾ। ਜਿਹਦਾ ਪ੍ਰੇਮ ਹੰਕਾਰ ਤੇ ਵਾਸ਼ਨਾ ਵਿੱਚ ਲੱਗ ਕੇ ਦੂਜੇ ਪਾਪ ਵਿੱਚ ਲੱਗਾ ਹੋਇਆ, ਫਸਿਆ ਹੋਇਆ, ਉਹਨੂੰ ਸਤਿਗੁਰੂ ਕਹਿੰਦੇ ਤ੍ਰਿਕਾਰ ਹੈ। ਜਿਹੜਾ ਇਹ ਉੱਚਾ ਜੀਵਨ ਪਾ ਕੇ ਵੀ ਪਰਮਾਤਮਾ ਨਾਲ ਨੇੜ ਨਹੀਂ ਕਰਦਾ। ਜਿਤ ਕੰਮ ਹਰ ਵਿਸਰੇ ਦੂਜੇ ਲੱਗੇ ਜਾਏ। ਜਿਹੜੇ ਕਾਰ ਵਿਹਾਰ ਕਰਿਆ, ਜਿਹੜੇ ਕਰਮ ਕਰਿਆ, ਜਿਹੜੇ ਮਨ ਦੇ ਵਿਚਾਰ ਲਿਆਂਦਿਆਂ ਪਰਮਾਤਮਾ ਵਿਸਰ ਜਾਵੇ, ਭੁੱਲ ਜਾਵੇ, ਉਸ ਕੰਮ ਨੂੰ ਆਂਦੇ ਆ ਵੀ ਪਰਮਾਤਮਾ ਤੋਂ ਉਲਟ ਦੂਜੇ ਭਾਵ ਵਿੱਚ ਲੱਗਾ ਹੋਇਆ, ਵਕਾਰਾਂ ਵਿੱਚ ਫਸਿਆ ਹੋਇਆ। ਐਸਾ ਸਤਿਗੁਰ ਸੇਵੀਏ ਮਨਾ, ਜਿਤ ਸੇਵੀਏ ਗੋਬਿੰਦ ਪ੍ਰੀਤ ਉਪਜੇ, ਅਵਰ ਵਿਸਰ ਸਭ ਜਾਏ। ਮਨ ਨੂੰ ਸੰਬੋਧਨ ਕਰਕੇ ਸਾਨੂੰ ਗਿਆਨ ਦੇ ਰਿਹਾ ਵੀ ਫਿਰ ਇਸ ਤਰ੍ਹਾਂ ਦਾ ਸਤਿਗੁਰੂ ਅਪਣਾ ਕਰਕੇ ਉਹਦੀ ਸੇਵਾ ਕਰਨੀ ਚਾਹੀਦੀ ਹੈ। ਉੱਤਮ ਵਿਚਾਰ ਸਿੱਖ ਲੈਣੇ ਚਾਹੀਦੇ ਹੈ। ਇਹ ਮੇਰੇ ਮਨਾਂ ਤੋਂ ਇਸ ਤਰ੍ਹਾਂ ਉੱਤਮ ਵਿਚਾਰ ਸਿੱਖ, ਇਹੋ ਜਿਹੇ ਸਤਿਗੁਰੂ ਦੀ ਸੇਵਾ ਕਰ। ਜਿਤ ਸੇਵੀਏ ਗੋਬਿੰਦ ਪ੍ਰੀਤ ਉਪਜੇ। ਜਿਹਦੀ ਸੇਵਾ ਕਰਨ ਨਾਲ, ਗਿਆਨ ਸਿੱਖਣ ਨਾਲ, ਮਨ ਦੇ ਵਿਚਾਰ ਬਦਲਣ ਨਾਲ ਗੋਬਿੰਦ ਪ੍ਰੀਤ ਉਪਜੇ, ਅਵਰ ਵਿਸਰ ਸਭ ਜਾਏ। ਤੇ ਹੋਰਨਾਂ ਉਹ ਵਿਚਾਰਾਂ, ਉਹਨਾਂ ਗੱਲਾਂ, ਉਸ ਕਰਮਾਂ ਨੂੰ, ਅਸ਼ੁਭ ਕੰਮਾਂ ਨੂੰ ਛੱਡ ਕੇ ਚੰਗੇ ਕੰਮ ਅਪਣਾ ਲੈਣੇ ਚਾਹੀਦੇ। ਸਤਿਗੁਰੂ ਜੀ ਪ੍ਰਸ਼ਨ ਕਰਕੇ ਇਹ ਸਾਨੂੰ ਉੱਤਰ ਦੇ ਕੇ ਸਮਝਾ ਰਿਹਾ ਹੈ। ਮਨ ਨੂੰ ਸੰਬੋਧਨ ਕਰਕੇ ਸਾਨੂੰ ਦੱਸ ਰਿਹਾ, ਹਰ ਸੇਤੀ ਗਹਿ ਰਹੇ। ਅੱਗੇ ਫਰਮਾ ਰਿਹਾ ਕੀ ਕਰਨਾ ਚਾਹੀਦਾ। ਹਰ ਸੇਤੀ ਗਹਿ ਰਹੇ, ਜਗ ਕਾ ਭਉ ਨਾ ਹੋਵੀ, ਜੀਵਨ ਪਦਵੀ ਪਾਈ। ਜੇ ਗੁਰੂ ਦੀ ਸੰਗਤ ਕਰਕੇ ਪਰਮਾਤਮਾ ਨਾਲ ਮਿਲਿਆ ਰਵੇ ਤੇ ਫਿਰ ਜੰਮ ਪਕੜ ਕੇ ਨਹੀਂ ਖੜੂਗਾ। ਸੰਸਾਰ ਜਗਤ ਦੇ ਦੁੱਖਾਂ ਦਾ ਡਰ ਨਹੀਂ ਲੱਗੂਗਾ। ਉੱਤਮ ਪਦਵੀ ਪ੍ਰਾਪਤ ਹੋ ਜਾਊਗੀ। ਸਰੀਰ ਕਰਕੇ
ਦੁਖੀ ਨਹੀਂ ਹੋਊਗਾ। ਜਦੋਂ ਪ੍ਰੀਤ ਪਰਮਾਤਮਾ ਨਾਲ ਲੱਗ ਜਾਊ, ਗੁਰਦੇਵ ਕਹਿੰਦੇ ਇਸ ਤਰ੍ਹਾਂ ਦੀ ਪ੍ਰੀਤ ਪੈਦਾ ਹੋ ਜਾਵੇ, ਸਾਰੇ ਦੁੱਖ ਦਲਿੱਦਰ ਜਾਂਦੇ ਰਹਿਣ। ਇਹ ਮੇਰੇ ਮਨ ਹਮੇਸ਼ਾ 24 ਘੰਟੇ ਇਹ ਵਿਚਾਰ ਕਰ। ਤੇ ਫਿਰ ਉੱਤਰ ਵੀ ਸਮਝਾ ਰਿਹਾ ਵੀ ਗੁਰੂ ਕੋਲੋਂ ਸਿੱਖਿਆ ਲੈ, ਸਿੱਖਿਆ ਲੈ ਕਰਕੇ ਮਨ ਨੂੰ ਪਰਮਾਤਮਾ ਵੱਲ ਮੋੜਨ ਦਾ ਯਤਨ ਕਰ। ਜੇ ਇਸ ਤਰ੍ਹਾਂ ਕਰੇਗਾ ਤੇ ਸਫਲ ਤੇਰਾ ਜੀਵਨ ਹੋ ਜਾਵੇਗਾ, ਹੋਰ ਸਾਰੇ ਦੁੱਖ ਤੇਰੇ ਜਾਂਦੇ ਰਹਿਣਗੇ। ਗੋਬਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ, ਵੇਖ ਜੈਸੀ ਭਗਤ ਬਣੀ। ਹੁਣ ਸਤਿਗੁਰੂ ਜੀ ਦੱਸਦੇ ਸਾਨੂੰ ਤੇ ਮੈਨੂੰ ਇਹ ਗਿਆਨ ਪ੍ਰਾਪਤ ਹੋਇਆ। ਸਹਿਜ ਅਵਸਥਾ ਦਾ ਮਤਲਬ ਉਹ ਸੁੱਖ ਜਿਹਨੂੰ ਪਰਮ ਪਦਵੀ ਆਖਿਆ ਜਾਂਦਾ, ਮਹਾਨ ਪਦਵੀ ਆਖਿਆ ਜਾਂਦਾ, ਉਹ ਪਰਮੇਸ਼ਰ ਨਾਲ ਪ੍ਰੇਮ ਕਰਨ ਨਾਲ ਇਹ ਗੁਣ ਪ੍ਰਾਪਤ ਹੋ ਜਾਂਦੇ। ਆਪ ਛੇਤੀ ਆਪ ਖਾਇਆ, ਤਾਂ ਮਨ ਨਿਰਮਲ ਹੋਆ, ਜੋਤੀ ਜੋਤ ਸਮਈ। ਇਹ ਕਿਵੇਂ ਹੋਇਆ? ਆਪਣੇ ਹੰਕਾਰ ਨੂੰ ਆਪ ਮਾਰਨਾ ਕੀਤਾ। ਸਾਨੂੰ ਪਰਮਾਤਮਾ ਦਾ ਓਟ ਆਸਰਾ ਲੈ ਕੇ ਸਾਡੇ ਮਨ ਵਿੱਚ ਫੁਰਦੇ ਹੋਏ ਵਿਚਾਰ, ਲੋਭ ਕਾਮ ਤ੍ਰਿਸ਼ਨਾ ਦੇ, ਇਹ ਅਸੀਂ ਆਪਣੇ ਆਪ ਨੂੰ ਸਰੀਰ ਸਮਝ ਕੇ ਹਉਮੈ ਵਿੱਚ ਫਸੇ ਹੋਣ ਕਰਕੇ ਦੁਖੀ ਹੁੰਦੇ। ਅਤੇ ਜੇ ਆਪ ਪਰਮਾਤਮਾ ਦੇ ਗਿਆਨ ਨੂੰ ਗੁਰੂ ਦੁਆਰਾ ਸਿੱਖ ਕੇ ਆਪਣੇ ਆਪ ਨੂੰ ਪਰਮਾਤਮਾ ਵੱਲ ਮੋੜਨ ਦਾ ਯਤਨ ਕਰੇ ਤੇ ਫਿਰ ਇਹ ਫਲ ਪ੍ਰਾਪਤ ਹੋ ਜਾਂਦਾ। ਸਤਿਗੁਰੂ ਕਹਿੰਦੇ ਮੈਂ ਗੁਰੂ ਦੇ ਓਟ ਆਸਰੇ ਨਾਲ ਆਪਣੀ ਹੰਕਾਰ ਰੂਪੀ ਇਸ ਦੇਹ ਨੂੰ ਝੂਠ ਜਾਣ ਕੇ ਸੱਚ ਨਾਲ ਪ੍ਰੀਤ ਕੀਤੀ, ਵਾਹਿਗੁਰੂ ਨਾਲ ਪ੍ਰੇਮ ਕੀਤਾ, ਆਪ ਸੇਤੀ ਆਪ ਖਾਇਆ। ਆਪਣੀ ਹਉਮੈ ਨੂੰ ਮੈਂ ਆਪ ਮਾਰਨਾ ਕੀਤਾ, ਤਾਂ ਮਨ ਨਿਰਮਲ ਹੋਆ, ਜੋਤੀ ਜੋਤ ਸਮਈ। ਜੋਤ ਵਿੱਚ ਜੋਤ ਰਲ ਗਈ, ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ। ਜਿਵੇਂ ਇੱਕ ਜਗ ਰਹੀ ਮੋਮਬੱਤੀ ਦੂਜੀ ਮੋਮਬੱਤੀ ਬੁਝੀ ਹੋਈ ਨੂੰ ਲਾਗੇ ਖੜੀ ਹੈ ਤੇ ਉਹ ਵੀ ਜਗਣ ਡੈ ਪੈਂਦੀ। ਇਸੇ ਤਰ੍ਹਾਂ ਸਤਿਗੁਰੂ ਦੇ ਗਿਆਨ ਨੂੰ ਦ੍ਰਿੜ ਕਰਕੇ ਹਿਰਦੇ ਅੰਦਰ ਸੱਚ ਦਾ ਪ੍ਰਕਾਸ਼ ਹੋ ਗਿਆ ਤੇ ਮੇਰੇ ਅੰਦਰ ਜਿਹੜੇ ਪਾਪ ਬਿਰਤੀ ਬੁਰੇ ਖਿਆਲ ਸੀ ਉਹ ਜਾਂਦੇ ਰਹੇ। ਆਪ ਸੇਤੀ ਆਪ ਖਾਇਆ, ਆਪਣੇ ਹੰਕਾਰ ਨੂੰ ਆਪ ਮਾਰਨ ਦਾ ਯਤਨ ਕੀਤਾ। ਇੰਝ ਮਾਰਦਿਆਂ ਸਾਰੀ ਮਨ ਸ਼ੁੱਧ ਹੋ ਗਿਆ, ਪਵਿੱਤਰ ਹੋ ਗਿਆ, ਮੈਲ ਰਹਿਤ ਹੋ ਗਿਆ ਅਤੇ ਉਸ ਪਰਮਾਤਮ ਜੋਤ ਵਿੱਚ ਇਕਮਿਕ ਹੋ ਗਿਆ। ਹੁਣ ਸਤਿਗੁਰੂ ਜੀ ਅੱਗੇ ਗਿਆਨ ਦਿੰਦੇ ਬਈ ਜਿਹਦੇ ਪਾਸੋਂ ਗਿਆਨ ਪ੍ਰਾਪਤ ਹੋਇਆ, ਜਿਸ ਪਰਮੇਸ਼ਰ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਗੂੜ੍ਹ ਗਿਆਨ ਸਮਝਾ ਰਿਹਾ ਵੀ ਸਾਡੇ ਅੰਦਰ ਕਿਤੇ ਇਸ ਤਰ੍ਹਾਂ ਦੇ ਆ ਵਿਚਾਰ ਪੈਦਾ ਨਾ ਹੋ ਜਾਣ, ਕਿਉਂਕਿ ਸਤਿਗੁਰੂ ਦੇ ਕਹੇ ਹੋਏ ਵਚਨਾਂ ਨੂੰ ਆਪਾਂ ਸਮਝਣ ਦਾ ਯਤਨ ਕੀਤਾ। ਸਤਿਗੁਰੂ ਜੀ ਨੇ ਸਮਝਾਇਆ ਵੀ ਆਪ ਸੇਤੀ ਆਪ ਖਾਇਆ। ਅਤੇ ਸਤਿਗੁਰੂ ਕਹਿੰਦੇ ਵੀ ਮੇਰੇ ਸਿੱਖ ਸੁਣ ਕੇ ਕਿਤੇ ਇਹ ਨਾ ਸਮਝ ਲੈਣ ਵੀ ਸਾਡੇ ਕੋਲ ਹੀ ਇੰਨੀ ਤਾਕਤ ਆ ਵੀ ਅਸੀਂ ਹੰਕਾਰ ਨੂੰ ਮਾਰ ਸਕਦੇ। ਗੁਰਦੇਵ ਸਮਝਾਉਣ ਲੱਗੇ ਚੰਗੇ ਭਾਗ ਹੋਣ, ਪਰਮਾਤਮਾ ਦੀ ਕਿਰਪਾ ਬਖਸ਼ਿਸ਼ ਹੋਵੇ, ਹਿਰਦੇ ਅੰਦਰ ਸ਼ਰਧਾ ਭਾਵਨਾ ਹੋਵੇ ਅਤੇ ਫਿਰ ਇਹ ਫਲ ਪ੍ਰਾਪਤ ਹੁੰਦਾ। ਇਹ ਨਹੀਂ ਵੀ ਪਰਮਾਤਮਾ ਨਾਲ ਪ੍ਰੇਮ ਨਾ ਕਰੇ, ਸਤਿਗੁਰੂ 'ਤੇ ਸ਼ਰਧਾ ਭਾਵਨਾ ਨਾ ਹੋਵੇ, ਮਨ ਦੇ ਅੰਦਰ ਝੂਠ ਹੁਕਾਰ ਹੋਣ ਅਤੇ ਕਵੇ ਮੈਂ ਇਸ ਤਰ੍ਹਾਂ ਮੈਨੂੰ ਖਤਮ ਕਰ ਸਕਦਾ। ਗੁਰਦੇਵ ਕਹਿੰਦੇ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਸਮਝਾਉਂਦੇ ਬਿਨ ਭਾਗਾ ਐਸਾ ਸਤਿਗੁਰ ਨਾ ਪਾਈਏ। ਚੰਗੇ ਸ਼ੁਭ ਕਰਮ ਨਾ ਹੋਣ, ਪੂਰਬਲਾ ਚੰਗਾ ਨਾ ਹੋਵੇ ਅਤੇ ਫਿਰ ਭਾਗ ਚੰਗੇ ਨਹੀਂ, ਅਤੇ ਫਿਰ ਇਸ ਤਰ੍ਹਾਂ ਦਾ ਸਤਿਗੁਰੂ ਨਹੀਂ ਮਿਲਦਾ, ਸਤ ਸੰਗਤ ਨਹੀਂ ਪ੍ਰਾਪਤ ਹੁੰਦੀ।
ਗੁਰੂ ਦਾ ਗਿਆਨ ਹਿਰਦੇ ਅੰਦਰ ਪ੍ਰਵੇਸ਼ ਨਹੀਂ ਕਰਦਾ। ਉੱਤਮ ਮਨੁੱਖ, ਚੰਗੇ ਭਾਗਾਂ ਵਾਲੇ, ਉਹਨਾਂ ਨੂੰ ਹੀ ਸਤ ਸੰਗਤ ਨਸੀਬ ਹੁੰਦੀ। ਉਹੋ ਹੀ ਗੁਰੂ ਦੇ ਬਚਨਾਂ ਨੂੰ ਸਮਝਣ ਦਾ ਯਤਨ ਕਰਦੇ। ਮਨਮੁਖ ਜਿਹੜੇ ਆ ਉਹ ਸਰੀਰ ਵਿੱਚ ਲੱਗੇ ਰਹਿੰਦੇ, ਸੰਸਾਰ ਵਿੱਚ ਗ੍ਰਸੇ ਰਹਿੰਦੇ, ਸ਼ਬਦ ਸੁਣ ਕੇ ਵੀ ਮਾਇਆ ਨਾਲ ਸੰਪਰਕ ਤੋੜਦੇ ਨਹੀਂ। ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਏ, ਜੇ ਲੋਚੇ ਸਭ ਕੋਈ। ਸਾਰੇ ਲੋਕ ਚਾਹੁੰਦੇ ਅਸੀਂ ਚੰਗਾ ਬਣ ਜਾਈਏ, ਸਾਰੇ ਹੀ ਚਾਹੁੰਦੇ ਵੀ ਹੁਣ ਅਸੀਂ ਗੁਰੂ ਦੇ ਸ਼ਬਦ ਸੁਣ ਰਹੇ ਹਾਂ, ਅਸੀਂ ਆਪਣੇ ਮਨ ਨੂੰ ਵੀ ਇਸ ਤਰ੍ਹਾਂ ਮੋੜ ਕੇ ਫੱਟ ਹੀ ਬਣਾ ਲਈਏ। ਤੇ ਗੁਰਦੇਵ ਕਹਿੰਦੇ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਇਸ ਤਰ੍ਹਾਂ ਨਹੀਂ ਹੁੰਦਾ। ਕੋਈ ਸੋਚਦਾ ਰਹੇ ਤੇ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਜਦੋਂ ਬੰਦਾ ਸੋਚਦਾ ਉਹ ਫਿਰ ਮਾਇਆਵੀ ਵਿਚਾਰ ਸੋਚਦਾ। ਸਤਿਗੁਰ ਕਹਿੰਦੇ ਸੋਚਤ ਸਾਚਤ ਇਹ ਦਿਨ ਗਿਆ, ਦਿਨ ਚਲਾ ਗਿਆ ਰਾਤ ਚਲੇਗੀ, ਇਹ ਦੁਨਿਆਵੀ ਦੂਜੇ ਭਾਵ ਦੀਆਂ ਵਿਚਾਰਾਂ ਰੱਖ ਕੇ। ਬਿਨ ਭਾਗਾਂ ਸਤਿਗੁਰ ਨਾ ਪਾਈਏ, ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਏ। ਇਸ ਤਰ੍ਹਾਂ ਦਾ ਸਤਿਗੁਰੂ ਜਿਹੜਾ ਗੂੜ੍ਹ ਗਿਆਨ ਬਖਸ਼ੇ, ਜੇ ਇਸ ਗਿਆਨ ਨੂੰ ਸਿੱਖ ਕੇ ਅਸੀਂ ਆਪਣੇ ਮਨ ਦੇ ਵਿਚਾਰਾਂ ਨੂੰ ਬਦਲ ਲਈਏ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਚਨਾਂ ਨੂੰ ਸੁਣ ਕੇ ਸਮਝ ਕੇ ਦ੍ਰਿੜ ਵਿਸ਼ਵਾਸ ਕਰੀਏ। ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਸਾਨੂੰ ਸਿੱਖਿਆ ਦੇ ਰਿਹਾ, ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਏ, ਜੇ ਲੋਚੈ ਸਭ ਕੋਏ। ਕੂੜੇ ਕੀ ਪਾਲ ਵਿੱਚੋਂ ਨਿਕਲੇ, ਤਾਂ ਸਦਾ ਸੁਖ ਹੋਏ। ਝੂਠ ਦੀ ਜਿਹੜੀ ਕੰਧ ਸਾਹਮਣੇ, ਜਿਹੜੀ ਰੁਕਾਵਟ ਪਾਉਂਦੀ ਰੱਬ ਨੂੰ, ਪਰਮਾਤਮਾ ਨੂੰ ਮਿਲਣ ਵਿੱਚ, ਜਿਹੜੀ ਸਾਡੇ ਹਿਰਦੇ ਅੰਦਰ ਭਰਮ ਦੀ ਇੱਕ ਆਪਾਂ ਕੰਧ ਬਣਾਈ ਹੋਈ, ਉਹ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਂਦੀ ਹੈ। ਅਤੇ ਪਰਮਾਤਮਾ ਦਾ ਆਤਮਾ ਵਿੱਚ ਨਿਵਾਸ ਹੈ, ਪਰ ਜੀਵ ਦਾ ਮਨ ਜਿਹੜਾ ਉਹ ਇਸ ਝੂਠ ਦੀ ਪਾਲ, ਝੂਠ ਦੀ ਕੰਧ ਵਿੱਚ ਰੁਕਾਵਟ, ਇੱਕ ਪਰਦਾ ਜਿਹੜਾ ਬਣਾਇਆ ਹੋਇਆ ਭਰਮ ਕਰ, ਉਹਦਾ ਕਰਕੇ ਦੂਰ ਆ, ਪਰਮਾਤਮਾ ਨਾਲ ਮਿਲਦਾ ਨਹੀਂ ਹੈ। ਤੇ ਆਤਮਾ ਤੇ ਪਰਮਾਤਮਾ ਇੱਕੇ ਜਗ੍ਹਾ ਉੱਤੇ ਰਹਿੰਦੇ, ਪਰ ਜੀਵ ਜਿਹੜਾ ਉਹ ਆਪਣੇ ਆਪ ਨੂੰ ਪਰਮਾਤਮਾ ਤੋਂ ਦੂਰ ਸਮਝਦਾ, ਕਿਉਂਕਿ ਜਿਹੜੀ ਭਰਮ ਦੀ ਵਿਚਾਰਾਂ ਦੀ ਕੰਧ ਅੱਗੇ ਆਈ ਹੋਈ ਆ, ਉਹਨੂੰ ਦੂਰ ਕਰਨਾ ਨਹੀਂ ਚਾਹੁੰਦਾ। ਜੇ ਲੋਚੇ ਸਭ ਕੋਈ, ਸੋਚਦਾ ਤਾਂ ਹੈ, ਲੋਚਦਾ ਤਾਂ ਹੈ, ਪਰ ਜੋ ਕੁਝ ਚੰਗੇ ਕਰਮ ਕਰਕੇ, ਬੰਦਗੀ ਕਰਕੇ, ਨਾਮ ਜਪ ਕੇ, ਮਾਇਆ ਤੋਂ ਬਚ ਕੇ ਵਾਹਿਗੁਰੂ ਨਾਲ ਪ੍ਰੇਮ ਕਰਨਾ ਚਾਹੀਦਾ, ਉਹ ਨਹੀਂ ਕਰਦਾ। ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਏ, ਜੇ ਲੋਚੈ ਸਭ ਕੋਏ। ਕੂੜੇ ਕੀ ਪਾਲ ਵਿੱਚੋਂ ਨਿਕਲੇ, ਤਾਂ ਸਦਾ ਸੁਖ ਹੋਏ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੀ ਜਦੋਂ ਜਪਜੀ ਸਾਹਿਬ ਅੰਦਰ ਲਿਖਦੇ ਆਪਾਂ ਨੂੰ ਸਮਝਣ ਵਾਸਤੇ, ਸਮਝਾਉਣ ਵਾਸਤੇ, ਪਹਿਲੋਂ ਕੁਐਸਚਨ ਕਰਦੇ, ਫਿਰ ਉੱਤਰ ਦਿੰਦੇ ਕਿ ਸਚਿਆਰਾ ਹੋਈਏ, ਕਿ ਕੂੜੇ ਟੁੱਟੈ ਪਾਲ। ਅਤੇ ਅੱਗੇ ਬੋਲਦੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਤੀਸਰੇ ਪਾਤਸ਼ਾਹ ਮਹਾਰਾਜ ਕਹਿੰਦੇ ਕੂੜੇ ਕੀ ਪਾਲ ਵਿੱਚੋਂ ਨਿਕਲੇ, ਤਾਂ ਸਦਾ ਸੁਖ ਹੋਏ। ਜਿੰਨਾ ਚਿਰ ਤੱਕ ਸਾਡੇ ਵਿਚਾਰਾਂ ਦੀ ਮਾਇਆ ਵਿੱਚ ਗ੍ਰਸਿਆ ਹੋਇਆਂ ਦੀ ਭਰਮ ਦੀ ਇੱਕ ਕੰਧ ਜਿਹੜੀ ਅਸੀਂ ਬਣਾਈ ਹੋਈ, ਉਹ ਟੁੱਟਦੀ ਨਹੀਂ, ਵਿਥ ਬਣੀ ਰਹਿੰਦੀ, ਮਨੁੱਖ ਦੁਖੀ ਰਹਿੰਦਾ। ਬਾਰ ਬਾਰ ਗੱਲ ਸਮਝਾਉਣ 'ਤੇ ਵੀ, ਗੁਰੂ ਦੇ ਬਚਨ ਸੁਣਨ 'ਤੇ ਵੀ ਸਾਨੂੰ ਪੂਰਨ ਸਮਝ ਨਹੀਂ ਆਉਂਦੀ। ਇਹ ਆ ਪਰਮਾਤਮਾ ਨੂੰ ਨਾ ਮਿਲਣ ਦੇ ਸਾਡੇ ਅੰਦਰ ਔਗਣ। ਇਹਨਾਂ ਔਗਣਾਂ ਨੂੰ ਕੋਈ ਦੂਰ ਕਰ ਲਵੇ ਤਾਂ ਸੁਖੀ ਹੋ ਜਾਂਦਾ। ਇਸ ਸ਼ਬਦ ਦੇ ਚੌਥੇ ਪਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਸਿੱਖਿਆ ਦਿੰਦੇ,
नानक ऐसे सतगुर की क्या ओ सेवक सेवा करे, गुर आगे जियो धरे। क्वेश्चन तो बाद आंसर देंदे फिर की करना चाहिए। इस तरह के सतगुरु की सेवा किवें करनी चाहिए है। पातशाह कहते वो सेवक सेवा करे, गुर आगे जियो धरे। साडा जी साडा अपना जिहड़ा उम्मे विच फसिया होया, जिहड़ा मन के विचारां नूं बुरियां नूं छड्डना नहीं चाहुंदा, चंगे गुण सिखना नहीं चाहुंदा, इनूं गुरु अर्पण कर देवे। अपना सिर अपनी होमे इनू परमेश्वर अर्पण करे, गुरु के ज्ञान दृढ़ करे, सतगुरु अगे नूं भेंट कर दे। इनू गुरुदेव कहंदे जियो विच ही, ये तन विच ही बह करी। कोई वस्तु बह कर दी जाए वो फिर अपनी नहीं रह जाती, ਉਹਦੀ बन जाती जिन्हों दे दी जाती। गुरुदेव कहते ये काम करे, अपनी हमें नूं गुरु अर्पण कर देवे, अपने सिर नूं परमेश्वर अर्पण कर देवे। ये जियो विच ही बह करी, बह कर देवे तो फिर ये फल प्राप्त हो जाता। नानक ऐसे सतगुर की क्या वो सेवक सेवा करे। तो अगे उत्तर देंदे गुर आगे जियो धरे, सतगुर का पाना चित करे, सतगुर आपे कृपा करे। जे कहे हुए वचनों सत करके मने, जो कुछ परमेश्वर कर रहा उहदे हुक्म विच टिक के स्थिर होकर रहे। जो कुछ परमेश्वर ने किया मेरे वास्ते चंगा किया। ये गुण जिहदे अंदर आ गए ओदी परमात्मा नाल प्रीत बन आई। सतगुर का पाना चित करे, सतगुर आपे कृपा करे। इस तरह परमात्मा की कृपा हो जाती, बख्शिश हो जाती। तो जे हुक्म मने ना फिर कृपा बख्शिश नहीं होती। ये शब्द का मूल भाव जिहड़ा गुरु अमरदास महाराज सानू समझा रहे हैं, सहज तां पैदा हुंदा, परमात्मा नाल प्रेम तां पैदा हुंदा जे दूजी वस्तु जिहड़ी साडे मन दे भांडे विच पई होई उहनूं बाहर कढ दे। ज्यों ज्यों मन दे अंदर प्रेम बढ़ता जाता, गुरु के शब्द सिखाते जाते, तो फिर साड़ी मत बुद्ध उच्ची होंदी जाती। मत बुद्ध उच्ची हो जाए तो प्रीत पैदा हो जाती, प्रेम पैदा हो जाता। तो जिहड़े काम गुरु साहब कहते साडे परमात्मा नूं मिलण विच रुकावट पाउंदे, उन्हां नूं दूर किया जाए, फिर प्रीत रब नाल परमेश्वर नाल बन आउंदी। फिर ये भी समझाउंदे भी किवें मैं धन गुरु अंगद पातशाह महाराज पासों ज्ञान सिक्ख्या। गोविंद प्रीत स्यों एक सहज उपजया, वेख जैसी भगत बनी। आप सेती आप खाया, तां मन निर्मल होआ, ज्योति जोत समई। ये ज्ञान सिक्ख्या, हउमे नूं छड्ड दिओ, विचार चंगे बना लो, परमात्मा ते हाजर नाजर आ, किते जाना नहीं पैंदा, किते आउणा नहीं पैंदा। सिर्फ मन के ख्यालों नूं शुद्ध करके अंतरमुख बिरती करके वाहिगुरू दा प्रीतम दा जाप करना पैंदा। सतगुरु के बचन चेते कर लीए, गल चंगी तरह पल्ले पै जाए। बिन भागा ऐसा सतगुर ना पाईऐ, 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 बिन
ਭਾਗਾ ਐਸਾ ਸਤਿਗੁਰ ਨਾ ਪਾਈਐ, ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ, ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ, ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ। ਜੇ ਲੋਚੈ ਸਭ ਕੋਏ, 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 ਜੇ ਲੋਚੈ ਸਭ ਕੋਏ। ਕੂੜੈ ਕੀ ਪਾਲ ਵਿੱਚੋਂ ਨਿਕਲੈ, ਕੂੜੈ ਕੀ ਪਾਲ ਵਿੱਚੋਂ ਨਿਕਲੈ, ਕੂੜੇ ਕੀ ਪਾਲ ਵਿੱਚੋਂ ਨਿਕਲੈ, ਕੂੜੇ ਕੀ ਪਾਲ ਵਿੱਚੋਂ ਨਿਕਲੈ। ਤਾਂ ਸਦਾ ਸੁਖ ਹੋਏ, ਤਾਂ ਸਦਾ ਸੁਖ ਹੋਏ, ਤਾਂ ਸਦਾ ਸੁਖ ਹੋਏ, ਤਾਂ ਸਦਾ ਸੁਖ ਹੋਏ। ਨਾਨਕ ਐਸੇ ਸਤਿਗੁਰ ਕੀ ਕਿਆਓ ਸੇਵਕ ਸੇਵਾ ਕਰੇ, ਨਾਨਕ ਐਸੇ ਸਤਿਗੁਰ ਕੀ ਕਿਆਓ ਸੇਵਕ ਸੇਵਾ ਕਰੇ। ਨਾਨਕ ਐਸੇ ਸਤਿਗੁਰ ਕੀ ਕਿਆਓ ਸੇਵਾ ਸੇਵਾ ਕਰੇ, ਨਾਨਕ ਐਸੇ ਸਤਿਗੁਰ ਕੀ ਕਿਆਓ ਸੇਵਕ ਸੇਵਾ ਕਰੇ। ਗੁਰ ਆਗੈ ਜਿਉ ਧਰੇ, ਗੁਰ ਆਗੈ ਜਿਉ ਧਰੇ, ਗੁਰ ਆਗੇ ਜੀਉ ਧਰੇ, ਗੁਰ ਆਗੇ ਜੀਉ ਧਰੇ। ਗੁਰ ਆਗੈ ਜਿਉ ਧਰੇ, ਗੁਰ ਆਗੇ ਜਿਉ ਧਰੇ। ਗੁਰ ਆਗੇ ਜੀਉ ਧਰੇ, ਗੁਰ ਆਗੇ ਜੀਉ ਧਰੇ। ਸਤਿਗੁਰ ਕਾ ਭਾਣਾ ਚਿਤ ਕਰੇ, ਸਤਿਗੁਰ ਕਾ ਭਾਣਾ ਚਿਤ ਕਰੇ। ਸਤਿਗੁਰ ਕਾ ਭਾਣਾ ਚਿਤ ਕਰੇ, ਸਤਿਗੁਰ ਕਾ ਭਾਣਾ ਚਿਤ ਕਰੇ। ਸਤਿਗੁਰ ਆਪੇ ਕਿਰਪਾ ਕਰੇ, ਸਤਿਗੁਰ ਆਪੇ ਕਿਰਪਾ 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 ਕਰੇ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਸਾਡੇ ਹਿਰਦੇ ਵਿੱਚ ਸਿਖਾ ਜਾਣ, ਸਾਨੂੰ ਵੀ ਉਤਮ ਗੁਣ ਸਮਝ ਆ ਜਾਣ। ਪ੍ਰਭੂ ਪਰਮਾਤਮਾ ਅੱਗੇ ਅਰਦਾਸ ਬੇਨਤੀਆਂ, ਨਾਮ ਜਪਦਿਆਂ ਹੋਇਆਂ ਮਨ ਅੰਦਰ ਵਕਾਰ ਨਾ ਆਉਣ। ਇਹ ਝੂਠ ਦੀ ਕੰਧ ਜਿਹੜੀ ਬਣੀ ਹੋਈ ਆ ਇਹ ਖਤਮ ਹੋ ਜਾਵੇ। ਜੇ ਪ੍ਰੇਮ ਸਹਿਤ ਪਰਮਾਤਮਾ ਪਾਸ ਅਰਦਾਸ ਕਰੀਏ, ਚੰਦ ਮਿੰਟ ਨਾਮ ਜਪੀਏ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।